ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਡਰ ਡਰ ਮਰਤੇ ਜਬ ਜਾਨੀਐ ਦੂਰ ਡਰ ਚੂਕਾ ਦੇਖਿਆ ਭਰਪੂਰ। ਡਰ ਡਰ ਮਰਤੇ ਜਬ ਜਾਨੀਐ ਦੂਰ ਡਰ ਚੂਕਾ ਦੇਖਿਆ ਭਰਪੂਰ। ਸਤਿਗੁਰ ਆਪਣੇ ਕੋ ਬਲਿਹਾਰੈ ਛੋੜ ਨਾ ਜਾਈ ਸਰ ਪਰ ਤਾਰੈ ਰਹਾਉ। ਦੁਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ। ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ। ਕਹੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵਹਿ ਸਾਚੈ ਦਰਬਾਰ। ਕਹੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵਹਿ ਸਾਚੈ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਲੋਕ ਪਰਲੋਕ ਦੇ ਰਾਖੇ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ। ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਹੈ। 186 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਡਰ ਡਰ ਮਰਤੇ, ਕਿ ਇਹ ਜੀਵ ਡਰ ਜਮਾਂ ਦੇ ਡਰ ਕਰਕੇ, ਮੌਤ ਦੇ ਡਰ ਕਰਕੇ ਓਨਾ ਚਿਰ ਮਰਦੇ ਰਹਿੰਦੇ ਹਨ ਜਬ ਜਾਨੀਐ ਦੂਰ, ਜਦੋਂ ਤੱਕ ਇਹਨਾਂ ਨੇ ਪਰਮੇਸ਼ਰ ਨੂੰ ਦੂਰ ਜਾਣਿਆ ਹੋਇਆ ਹੈ। ਡਰ ਡਰ ਮਰਤੇ, ਇਹ ਜੀਵ ਜਮਾਂ ਦੇ ਡਰ ਕਰਕੇ ਅਤੇ ਮੌਤ ਦੇ ਡਰ ਕਰਕੇ ਓਨਾ ਚਿਰ ਮਰਦੇ ਰਹਿੰਦੇ ਹਨ ਜਬ ਜਾਨੀਐ ਦੂਰ, ਜਿੰਨਾ ਚਿਕਰ ਜਦੋਂ ਤੱਕ ਇਹਨਾਂ ਜੀਵਾਂ ਨੇ ਪਰਮੇਸ਼ਰ ਨੂੰ ਦੂਰ ਜਾਣਿਆ ਹੋਇਆ ਹੈ ਕਿ ਪਰਮੇਸ਼ਰ ਹੈ ਇਸ ਜੀਵ ਦੇ ਅੰਦਰ, ਹਰੇਕ ਦੇ ਅੰਦਰ ਹੈ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਕਿ ਹਰੀ ਪਰਮੇਸ਼ਰ ਘਟਾਂ ਘਟਾਂ ਦੇ ਵਿੱਚ ਹਰੇਕ ਸਰੀਰ ਦੇ ਵਿੱਚ ਵਸ ਰਿਹਾ ਹੈ, ਪਰ ਪ੍ਰਤੱਖ ਕਰਨਾ ਔਖਾ ਹੈ। ਕਿਉਂ ਔਖਾ ਹੈ? ਕਿ ਪਰਮੇਸ਼ਰ ਦਾ ਨਾਮ ਜਪੇ ਬਿਨਾਂ ਹੀ ਅਕਾਲ ਪੁਰਖ ਪ੍ਰਤੱਖ ਨਹੀਂ ਹੁੰਦਾ, ਦਰਸ਼ਨ ਨਹੀਂ ਹੁੰਦੇ। ਨਾਮ ਜਪਣਾ ਔਖਾ ਹੈ, ਜੀਵ ਔਖਾ ਮੰਨਦਾ ਹੈ। ਆਖਣ ਔਖਾ ਸਾਚਾ ਨਾਉ, ਕਿ ਸੱਚੇ ਪਰਮੇਸ਼ਰ ਦਾ ਨਾਮ ਹੈ ਜਿਹੜਾ ਆਖਣ ਔਖਾ, ਕਿ ਆਖਣਾ ਔਖਾ ਹੈ, ਜਪਣਾ ਔਖਾ ਹੈ। ਸਾਚਾ ਨਾਉ, ਸੱਚੇ ਪਰਮੇਸ਼ਰ ਦਾ ਨਾਮ। ਮਹਾਰਾਜ ਜੀ ਸਮਝਾ ਰਹੇ ਹਨ ਕਿ ਜਦੋਂ ਤੱਕ ਇਹਨਾਂ ਜੀਵਾਂ ਨੇ ਪਰਮੇਸ਼ਰ ਨੂੰ ਦੂਰ ਜਾਣਿਆ ਹੈ, ਇਹ ਜੀਵ ਜਮਾਂ ਦੇ ਡਰ ਕਰਕੇ, ਮੌਤ ਦੇ ਡਰ ਕਰਕੇ ਓਨਾ ਚਿਰ ਮਰਦੇ ਰਹਿੰਦੇ ਹਨ। ਡਰ ਚੂਕਾ ਦੇਖਿਆ ਭਰਪੂਰ, ਜਿਸ ਵੇਲੇ ਜੀਵਾਂ ਨੇ ਵਾਹਿਗੁਰੂ ਨੂੰ ਸਾਰੇ ਭਰਪੂਰ, ਸਾਰੇ ਵਿਆਪਕ ਦੇਖ ਲਿਆ, ਤਾਂ ਡਰ ਚੂਕਾ, ਸਾਰਾ ਡਰ ਚੁੱਕਿਆ ਗਿਆ, ਡਰ ਦੂਰ ਹੋ ਗਿਆ। ਕਿ ਦਰਸ਼ਨ ਹੋਣ ਨਾਲ ਪਰਮੇਸ਼ਰ ਦੇ ਉਸ ਨੂੰ ਹਰੇਕ ਇੱਕ ਦੇ ਵਿੱਚ ਜਦੋਂ ਵਸਦਾ ਦੇਖ ਲਿਆ, ਤਾਂ ਇਸ ਦਾ ਸਾਰਾ ਜਿਹੜਾ ਡਰ ਹੈ ਦੂਰ ਹੋ ਜਾਵੇਗਾ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਸਤਿਗੁਰ ਆਪਣੇ ਕੋ ਬਲਿਹਾਰੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਆਪਣੇ ਸਤਿਗੁਰਾਂ ਦੇ ਤਾਈਂ ਬਲਿਹਾਰ ਕੁਰਬਾਨ ਜਾਈਏ। ਜਿਸ ਪਰਮੇਸ਼ਰ ਨੂੰ ਜਦੋਂ ਦੇਖ ਲਿਆ ਸਾਰਾ ਡਰ ਦੂਰ ਹੋ ਜਾਏਗਾ, ਤਾਂ ਉਸ ਨਿਡਰ ਕਰਨ ਵਾਲੇ, ਡਰ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਤੋਂ ਕੁਰਬਾਨ ਜਾਣਾ ਕਰੀਏ, ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਣਾ ਕਰੀਏ। ਕਿਉਂਕਿ ਗੁਰੂ ਜੀ ਆਪਣੀ ਸ਼ਰਨ ਵਿੱਚ ਆਇਆ ਨੂੰ ਛੋੜ ਨਾ ਜਾਈ, ਕਿਤੇ ਛੋੜ ਕਰਕੇ ਨਹੀਂ ਜਾਂਦਾ, ਛੱਡ ਕੇ ਨਹੀਂ ਜਾਂਦਾ। ਸਰ ਪਰ ਤਾਰੈ, ਸਰ ਪਰ ਜ਼ਰੂਰ ਵਰ ਜ਼ਰੂਰ, ਨਿਸ਼ਚੇ ਕਰਕੇ ਹੀ ਉਹਨਾਂ ਨੂੰ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਤਾਰ ਲੈਂਦੇ ਹਨ। ਸਤਿਗੁਰ ਆਪਣੇ ਕੋ ਬਲਿਹਾਰੈ, ਛੋੜ ਨਾ ਜਾਈ, ਸਰ ਪਰ ਤਾਰੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਆਪਣੇ ਸਤਿਗੁਰਾਂ ਦੇ ਤਾਈਂ ਕੁਰਬਾਨ ਜਾਈਏ। ਕਿਉਂਕਿ ਗੁਰੂ ਸਾਹਿਬ ਜੀ ਆਪਣੀ ਸ਼ਰਨ ਵਿੱਚ ਆਇਆ ਨੂੰ ਛੱਡ ਕਰਕੇ ਕਿਤੇ ਵੀ ਨਹੀਂ ਜਾਂਦੇ। ਸਰ ਪਰ ਤਾਰੈ, ਸਰ ਪਰ ਜ਼ਰੂਰ ਵਰ ਜ਼ਰੂਰ, ਨਿਸ਼ਚੇ ਕਰਕੇ ਹੀ ਉਹਨਾਂ ਨੂੰ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਤਾਰ ਲੈਂਦੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਦੁਖ ਰੋਗ ਸੋਗ ਬਿਸਰੈ ਜਬ ਨਾਮ। ਦੁਖ ਰੋਗ ਸੋਗ ਬਿਸਰੈ ਜਬ ਨਾਮ। हे ਭਾਈ, ਇਹ ਜੰਮਣ ਮਰਨ ਰੂਪੀ ਦੁੱਖ ਤੇ ਹਉਮੈ ਆਦਿਕ ਦੇ ਰੋਗ
ਪ੍ਰਤੱਖ ਸਰੀਰ ਨੂੰ ਬਿਮਾਰੀ ਆਦਿਕ ਦੇ ਸੋਗ ਵਿਛੋੜਾ ਚਿੰਤਾ ਆਦਿਕ ਉਸ ਵੇਲੇ ਚਿੰਬੜਦੇ ਹਨ ਜਬ ਬਿਸਰੈ ਨਾਮ, ਜਿਸ ਵੇਲੇ ਜੀਵ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ। ਦੁੱਖ ਰੋਗ ਸੋਗ ਕਿ ਹੇ ਭਾਈ ਇਹ ਜੰਮਣ ਮਰਨ ਰੂਪੀ ਦੁੱਖ ਤੇ ਹਉਮੈ ਆਦਿਕ ਦੇ ਰੋਗ, ਸਰੀਰ ਨੂੰ ਬਿਮਾਰੀ ਆਦਿਕ ਦੇ ਸੋਗ ਵਿਛੋੜਾ ਚਿੰਤਾ ਆਦਿਕ ਉਸ ਵੇਲੇ ਚਿੰਬੜਦੇ ਹਨ। ਬਿਸਰੈ ਜਬ ਨਾਮ, ਜਿਸ ਵੇਲੇ ਜੀਵ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ। ਪਰਮੇਸ਼ਰ ਦਾ ਨਾਮ ਭੁੱਲਣ ਕਰਕੇ ਇਸ ਨੂੰ ਕਿਤਨੇ ਹੀ ਇਹ ਰੋਗ ਚਿੰਬੜ ਜਾਂਦੇ ਹਨ। ਪਰ ਸਦਾ ਆਨੰਦ ਸਦਾ ਆਨੰਦ ਜਾਂ ਹਰ ਗੁਣ ਗਾਮ। ਪਰ ਮਹਾਰਾਜ ਜੀ ਕਹਿਣ ਲੱਗੇ ਜੇਕਰ ਹਰੀ ਦੇ ਗੁਣਾਂ ਨੂੰ ਗਾਉਣਾ ਕਰੀਏ ਤਾਂ ਸਦਾ ਆਨੰਦ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਸਦਾ ਆਨੰਦ ਜਾਂ ਹਰ ਗੁਣ ਗਾਮ ਕਿ ਪਰ ਜੇਕਰ ਹਰੀ ਦੇ ਗੁਣਾਂ ਨੂੰ ਗਾਮ ਗਾਉਣਾ ਕਰੀਏ ਤਾਂ ਸਦਾ ਆਨੰਦ ਸਰੂਪ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁੱਖ ਰੋਗ ਸੋਗ ਬਿਸਰੈ ਜਬ ਨਾਮ, ਹੇ ਭਾਈ ਜੰਮਣ ਮਰਨ ਰੂਪੀ ਦੁੱਖ ਹਉਮੈ ਆਦਿਕ ਦੇ ਰੋਗ, ਸਰੀਰ ਨੂੰ ਬਿਮਾਰੀ ਆਦਿਕ ਦੇ ਸੋਗ ਵਿਛੋੜਾ ਚਿੰਤਾ ਆਦਿਕ ਉਸ ਵੇਲੇ ਚਿੰਬੜਦੇ ਹਨ। ਬਿਸਰੈ ਜਬ ਨਾਮ, ਜਿਸ ਵੇਲੇ ਜੀਵ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਪਰ ਸਦਾ ਆਨੰਦ ਜਾਂ ਹਰ ਗੁਣ ਗਾਮ, ਪਰ ਜੇਕਰ ਹਰੀ ਦੇ ਗੁਣਾਂ ਨੂੰ ਗਾਮ ਹੁੰਦਾ ਹੈ ਗਾਉਣਾ ਕਰੀਏ ਤਾਂ ਸਦਾ ਆਨੰਦ ਸਰੂਪ ਦੀ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਗਲੇ ਬੰਦ ਦੇ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ ਬੁਰਾ ਭਲਾ ਕੋਈ ਨਾ ਕਹੀਜੈ। ਮਹਾਰਾਜ ਜੀ ਕਹਿਣ ਲੱਗੇ ਹੇ ਭਾਈ ਕਿਸੇ ਨੂੰ ਬੁਰਾ ਦੁਰਵਾਚਨ ਨਹੀਂ ਕਹਿਣਾ ਚਾਹੀਦਾ। ਬੁਰਾ ਭਲਾ ਕੋਈ ਨਾ ਕਹੀਜੈ। ਹੇ ਭਾਈ ਕਿਸੇ ਨੂੰ ਬੁਰਾ ਦੁਰਵਾਚਨ ਨਾ ਕਹਿਣਾ ਕਰੀਏ ਅਤੇ ਆਪਣੇ ਆਪ ਨੂੰ ਭਲਾ ਚੰਗਾ ਨਾ ਕਹੀਏ। ਭਾਵ ਕਿਸੇ ਨੂੰ ਬੁਰਾ ਕਹਿਣ ਨਾਲ ਨਿੰਦਿਆ ਹੁੰਦੀ ਹੈ ਤੇ ਆਪ ਨੂੰ ਭਲਾ ਕਹਿਣ ਨਾਲ ਝੂਠ ਬੋਲਣਾ ਪੈਂਦਾ ਹੈ। ਜੇ ਆਪ ਨੂੰ ਚੰਗਾ ਜਿਤਾਉਣਾ ਹੋਵੇ ਕਿ ਮੈਂ ਚੰਗਾ ਹਾਂ, ਝੂਠ ਮਾਰਨੇ ਪੈਂਦੇ ਹਨ। ਤੇ ਚੰਗਾ ਕਹਿਣ ਦੇ ਵਿੱਚ ਝੂਠ ਮਾਰ ਕੇ ਚੰਗਾ ਬਣਾਉਣ ਦਾ ਵਿੱਚ ਫਿਰ ਹਉਮੈ ਵੱਧਦੀ ਹੈ, ਹੰਕਾਰ ਆ ਜਾਂਦਾ ਹੈ। ਕਿਸੇ ਬੁਰਾਈ ਵਾਲੇ ਨੂੰ ਭਲਾ ਸ਼ਬਦ ਕਹਿ ਦੇਣਾ, ਕੋਈ ਬੁਰਾ ਮਨੁੱਖ ਹੋਵੇ ਉਸ ਨੂੰ ਜੇ ਚੰਗਾ ਕਹਿ ਦੇਣਾ ਪਰ ਉਸ ਵਿੱਚ ਉਹ ਸ਼ੋਭ ਗੁਣ ਨਾ ਹੋਣ, ਇਸ ਕਰਕੇ ਝੂਠ ਬੋਲਣਾ ਪੈਂਦਾ ਹੈ। ਕਿਸੇ ਨੂੰ ਬੁਰਾ ਕਹੇ ਪਰ ਉਹ ਬੁਰਾ ਨਾ ਹੋਵੇ ਤਾਂ ਪਾਪ ਹੁੰਦਾ ਹੈ। ਐਵੇਂ ਨਾ ਹੋਣ ਕਰਕੇ ਉਸ ਨੂੰ ਸਾਬਤ ਕਰੀ ਜਾਵੇ, ਬੁਰਾ ਨਾ ਹੋਵੇ, ਮਾੜਾ ਨਾ ਹੋਵੇ, ਤਾਂ ਉਹ ਬੁਰਾ ਨਾ ਹੋਵੇ, ਬੁਰਾ ਕਹਿਣ ਨਾਲ ਪਾਪ ਹੁੰਦਾ ਹੈ। ਇਸ ਲਈ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਛੋੜ ਮਾਨ ਹਰ ਚਰਨ ਗਹੀਜੈ। ਹੇ ਭਾਈ ਆਪਣੇ ਸਰੀਰ ਦਾ ਮਾਨ, ਸਰੀਰ ਦਾ ਹੰਕਾਰ ਛੱਡ ਕੇ ਹਰ ਚਰਨ ਗਹੀਜੈ, ਹਰੀ ਅਕਾਲ ਪੁਰਖ ਦੇ ਚਰਨਾਂ ਨੂੰ ਗਹੀਜੈ ਪਕੜ ਨਾ ਕਰੀਏ। ਕਿਸੇ ਨੂੰ ਬੁਰਾ ਭਲਾ ਨਾ ਕਹੀਏ ਪਰ ਆਪਣੇ ਸਰੀਰ ਦਾ ਮਾਨ, ਆਪਣੇ ਸਰੀਰ ਦਾ ਹੰਕਾਰ ਛੱਡ ਕੇ ਅਕਾਲ ਪੁਰਖ ਦੇ ਚਰਨਾਂ ਨੂੰ ਪਕੜ ਨਾ ਕਰੀਏ। ਕਹੋ ਨਾਨਕ ਗੁਰ ਮੰਤਰ ਚਿਤਾਰ। ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਕਿ ਹੇ ਭਾਈ ਗੁਰੂ ਸਾਹਿਬ ਦੇ ਮੰਤਰ, ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਚਿੱਤ ਨਾਲ ਚਿਤਾਰਨਾ ਕਰ ਜਪਣਾ ਕਰੀਏ। ਨਾਨਕ ਕਹੋ ਨਾਨਕ ਗੁਰ ਮੰਤਰ ਚਿਤਾਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ ਗੁਰੂ ਸਾਹਿਬ ਦੇ ਮੰਤਰ ਜੋ ਵਾਹਿਗੁਰੂ ਮੰਤਰ ਦਿੱਤਾ ਹੈ,
ਜਾਂ ਗੁਰੂ ਦੀ ਬਾਣੀ ਦਾ ਜੋ ਉਪਦੇਸ਼ ਹੈ, ਬਾਣੀ ਉਪਦੇਸ਼ ਦਿੰਦੀ ਹੈ, ਉਸ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਚਿੱਤ ਨਾਲ ਚਿਤਾਰਨਾ ਕਰ ਜਾਪਣਾ ਕਰੀਏ। ਸੁਖ ਪਾਵੇਂ ਸਾਚੈ ਦਰਬਾਰ। ਫਿਰ ਸੱਚੇ ਸੱਚਖੰਡ ਸਾਧ ਸੰਗਤ ਰੂਪੀ ਦਰਬਾਰ ਵਿੱਚ ਸੁਖ ਸਰੂਪ ਨੂੰ ਪਾ ਲਵੇਂਗਾ। ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਕਿ ਜੇ ਗੁਰੂ ਸਾਹਿਬ ਦੇ ਮੰਤਰ ਦੁਆਰਾ, ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਚਿੱਤ ਨਾਲ ਜਪਣਾ ਕਰੇਗਾ। ਫਿਰ ਸੱਚੇ ਸੱਚਖੰਡ ਸਾਧ ਸੰਗਤ ਰੂਪੀ ਦਰਬਾਰ ਵਿੱਚ ਸੁਖ ਸਰੂਪ ਪਰਮੇਸ਼ਰ ਨੂੰ ਪਾ ਲਵੇਂਗਾ। ਗੌੜੀ ਮਹੱਲਾ ਪੰਜਵਾ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਉ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਜਾਂ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਾਂ ਕਾ ਸਭ ਕਿਸ ਤਾਂ ਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਜਾਂ ਕਾ ਸਭ ਕਿਸ ਤਾਂ ਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਇੱਕ ਸ਼ਬਦ ਦੇ ਵਿੱਚ ਬੜੀ ਹੀ ਅਮੋਲਕ ਸਿੱਖਿਆ ਦੇ ਰਹੇ ਹਨ ਕਿ ਬਾਣੀ ਦੀ ਸਿੱਖਿਆ ਦਾ ਕੋਈ ਮੁੱਲ ਨਹੀਂ। ਜੇ ਇੱਕ ਸ਼ਬਦ ਵੀ ਹਿਰਦੇ ਵਿੱਚ ਵਸ ਜਾਏ, ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਈਦਾ ਹੈ। ਗੁਰੂ ਦੀ ਬਾਣੀ ਜੀਵਨ ਜਿਉਣ ਦੀ ਵੀ ਜਾਚ ਦੱਸਦੀ ਹੈ। ਇੱਥੇ ਜਿਉਣਾ ਕਿਵੇਂ ਹੈ, ਰਹਿਣਾ ਕਿਵੇਂ ਹੈ, ਸੰਸਾਰ ਵਿੱਚ ਵਿਚਰਨਾ ਕਿਵੇਂ ਹੈ, ਅਤੇ ਪਰਲੋਕ ਦੇ ਵਿੱਚ ਸੱਚਖੰਡ ਦੇ ਵਿੱਚ ਵੀ ਇਸ ਨੂੰ ਥਾਂ ਮਿਲਦੀ ਹੈ, ਆਦਰ ਸਤਿਕਾਰ ਮਿਲਦਾ ਹੈ। ਗੌੜੀ ਰਾਗ ਦੇ ਅੰਦਰ ਸਮਝਾ ਰਹੇ ਹਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ। ਜਾਂ ਕਾ ਮੀਤ ਸਾਜਨ ਹੈ ਸਮੀਆਂ। ਹੇ ਭਾਈ, ਜਿਸ ਦਾ ਮੀਤ ਮਿੱਤਰ ਸਾਜਣ ਪਿਆਰਾ ਅਕਾਲ ਪੁਰਖ ਵਾਹਿਗੁਰੂ ਸਾਰੇ ਸਮੀਆਂ, ਸਾਰੇ ਵਿਆਪਕ ਹੈ, ਸਮਾਇਆ ਹੋਇਆ ਹੈ। ਜਾਂ ਕਾ ਮੀਤ, ਹੇ ਭਾਈ, ਜਿਸ ਦਾ ਮੀਤ ਮਿੱਤਰ ਸੱਜਣ ਪਿਆਰਾ ਅਕਾਲ ਪੁਰਖ ਵਾਹਿਗੁਰੂ ਸਮੀਆਂ ਹੈ, ਵਿਆਪਕ ਹੈ, ਸਮਾਇਆ ਹੋਇਆ ਹੈ, ਸਾਮਰੂਪ ਹੋ ਰਿਹਾ ਹੈ, ਸਾਰਿਆਂ ਵਿੱਚ ਵਰਤ ਰਿਹਾ ਹੈ। ਫਿਰ ਤਿਸ ਜਨ ਕੋ ਕਹੋ ਕਾਕੀ ਕਮੀਆਂ। ਫਿਰ ਕਹੋ ਖਾਂ, ਦੱਸੋ ਖਾਂ ਕਿ ਉਸ ਪਿਆਰੇ ਨੂੰ ਕਿਸ ਚੀਜ਼ ਦੀ ਕਮੀ ਰਹਿ ਜਾਂਦੀ ਹੈ। ਕਿ ਹੇ ਭਾਈ, ਜਿਸ ਦਾ ਮਿੱਤਰ ਪਿਆਰਾ ਅਕਾਲ ਪੁਰਖ ਵਾਹਿਗੁਰੂ ਸਾਰੇ ਵਿਆਪਕ ਸਮਾਇਆ ਹੋਇਆ ਹੈ, ਕਿ ਸਮਰੂਪ ਹੋ ਕੇ ਸਾਰਿਆਂ ਵਿੱਚ ਵਰਤ ਰਿਹਾ ਹੈ, ਕਿ ਦੱਸੋ ਉਸ ਪਿਆਰੇ ਨੂੰ ਕਿਸ ਚੀਜ਼ ਦੀ ਕਮੀ ਰਹਿ ਜਾਂਦੀ ਹੈ। ਭਾਵ ਕੋਈ ਕਮੀ ਨਹੀਂ ਰਹਿ ਜਾਂਦੀ। ਜਿਸ ਦਾ ਮਿੱਤਰ ਅਕਾਲ ਪੁਰਖ ਵਾਹਿਗੁਰੂ ਹੋ ਜਾਂਦਾ ਹੈ, ਸਾਰੇ ਥਾਂ ਵਿਆਪਕ ਹੈ, ਫਿਰ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਭਾਵ ਕੋਈ ਕਮੀ ਨਹੀਂ ਰਹਿੰਦੀ। ਸਾਬ ਰਿੱਧੀਆਂ ਸਿੱਧੀਆਂ ਉਸ ਦੀ ਤਲੀ 'ਤੇ ਰੱਖੀਆਂ ਹੋਈਆਂ ਹਨ। ਜਿਹੜੇ ਪਰਮੇਸ਼ਰ ਦੇ ਭਗਤ ਜਨ ਹਨ, ਜਿਨ੍ਹਾਂ ਦਾ ਪਰਮੇਸ਼ਰ ਅਕਾਲ ਪੁਰਖ ਮਿੱਤਰ ਬਣ ਜਾਂਦਾ ਹੈ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਸਾਰੀਆਂ ਰੀਧੀਆਂ ਸਿੱਧੀਆਂ ਉਸ ਦੀ ਤਲੀ 'ਤੇ ਰੱਖੀਆਂ ਹੋਈਆਂ ਹਨ। ਜੈਸਾ ਕਿ ਸਾਬ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਾਰ ਤਲ ਧਰਿਆ। ਸਭ ਨਿਧਾਨ, ਨਿਧਾਨ ਹੁੰਦੇ ਆ ਖਜ਼ਾਨੇ। 10 ਅਸ਼ਟ ਸਿਧਾਨ, ਕਿ ਜੋ
10 8 18 ਸਿੱਧੀਆਂ ਹੁੰਦੀਆਂ ਹਨ। 10 ਅਸ਼ਟ ਕਿ 10 ਜਮਾ ਅਸ਼ਟ 8 ਜੋ ਸਿਧਾਨ ਨਿਧੀਆਂ ਹੁੰਦੀਆਂ ਹਨ, ਰਿਧੀਆਂ ਸਿੱਧੀਆਂ ਹੁੰਦੀਆਂ ਹਨ। ਠਾਕੁਰ ਕਾਰ ਤਲ ਧਰਿਆ, ਠਾਕੁਰ ਪਰਮੇਸ਼ਰ ਨੇ, ਕਾਰ ਹੁੰਦਾ ਹੱਥ, ਤਲ ਹੁੰਦਾ ਤਲੀ ਤੇ ਧਰਿਆ ਹੋਇਆ ਹੈ ਉਸ ਦੇ, ਜਿਹੜਾ ਪਰਮੇਸ਼ਰ ਦਾ ਪਿਆਰਾ ਬਣ ਜਾਂਦਾ ਹੈ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਹੇ ਭਾਈ ਜਿਸ ਦੀ ਪ੍ਰੀਤੀ ਗੋਬਿੰਦ ਪਰਮੇਸ਼ਰ ਦੇ ਨਾਲ ਲੱਗ ਗਈ ਹੈ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਹੇ ਭਾਈ ਜਿਸ ਦੀ ਪ੍ਰੀਤੀ ਗੋ ਜਮਾ ਬਿੰਦ, ਗੋ ਧਰਤੀ ਬਿੰਦ ਪਾਲਣਾ ਕਰਨ ਵਾਲੇ ਪਰਮੇਸ਼ਰ ਨਾਲ ਲੱਗ ਗਈ ਹੈ। ਦੁਖ ਦਰਦ ਭ੍ਰਮ ਤਾਂ ਕਾ ਭਾਗੀ, ਤਾਂ ਉਸ ਦਾ ਜੰਮਣ ਮਰਨ ਦਾ ਦੁੱਖ, ਅਵਿਦਿਆ ਦੀ ਪੀੜਾ ਅਤੇ ਸਰੂਪ ਦਾ 5 ਪ੍ਰਕਾਰ ਦਾ ਭਰਮ ਭੱਜ ਗਿਆ ਹੈ, ਨਿਵਰਤ ਹੋ ਗਿਆ ਹੈ। ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮ ਤਾਂ ਕਾ ਭਾਗੀ, ਹੇ ਭਾਈ ਜਿਸ ਦੀ ਪ੍ਰੀਤੀ ਪਰਮੇਸ਼ਰ ਦੇ ਨਾਲ ਲੱਗ ਗਈ ਹੈ, ਉਸ ਦਾ ਜੰਮਣ ਮਰਨ ਦਾ ਦੁੱਖ ਤੇ ਅਵਿਦਿਆ ਦੀ ਪੀੜਾ ਦਰਦ ਤੇ ਸਰੂਪ 5 ਪ੍ਰਕਾਰ ਦਾ ਭਰਮ ਸਾਰਾ ਭੱਜ ਗਿਆ ਹੈ, ਨਿਵਰਤ ਹੋ ਗਿਆ ਹੈ। ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਜਾਂ ਕੋ ਰਸ ਹਾਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਜਾਂ ਕੋ ਰਸ ਹਰ ਰਸ ਹੈ ਆਇਓ, ਜਾਂ ਕੋ ਜਿਸ ਨੂੰ ਸ਼ਬਦ ਸਪਰਸ ਰੂਪ ਰਸ ਗੰਧ ਆਦਿਕ ਦੁਨਿਆਵੀ ਰਸਾਂ ਦਾ ਤਿਆਗ ਕਰਕੇ ਸਤਿਗੁਰਾਂ ਦੁਆਰਾ ਹਰੀ ਦਾ ਪ੍ਰੇਮ, ਹਰੀ ਦਾ ਨਾਮ ਤੇ ਨਾਮ ਦਾ ਰਸ ਆ ਕੇ ਪ੍ਰਾਪਤ ਹੋਇਆ ਹੈ। ਜਾਂ ਕੋ ਰਸ ਹਰ ਰਸ ਹੈ ਆਇਓ, ਹੇ ਭਾਈ ਜਿਸ ਨੂੰ ਸ਼ਬਦ ਦਾ ਰਸ, ਪਰਮੇਸ਼ਰ ਦੇ ਵਾਹਿਗੁਰੂ ਦੇ ਨਾਮ ਦਾ ਰਸ ਆ ਗਿਆ ਹੈ, ਤਾਂ ਸਤਿਗੁਰਾਂ ਦੁਆਰਾ ਹਰੀ ਦਾ ਪ੍ਰੇਮ ਨਾਮ ਰਸ ਆ ਕੇ ਪ੍ਰਾਪਤ ਹੋਇਆ ਹੈ। ਉਹ ਹੋਰ ਕਿਸੇ ਪ੍ਰਕਾਰ ਦੇ ਰਸਾਂ ਸਵਾਦਾਂ ਵਿੱਚ ਲਪਾਏ ਮਾਨ ਨਹੀਂ ਹੁੰਦਾ। ਜਿਸ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਆ ਗਿਆ ਤੇ ਦੁਨੀਆ ਦੇ ਰਸ ਛੱਡ ਦਿੱਤੇ, ਉਹ ਹੋਰ ਕਿਸੇ ਪ੍ਰਕਾਰ ਦੇ ਰਸਾਂ ਸਵਾਦਾਂ ਦੇ ਵਿੱਚ ਲਿਪਾਏ ਮਾਨ ਨਹੀਂ ਹੁੰਦਾ। ਉਹਨਾਂ ਦੇ ਵਿੱਚ ਫਿਰ ਉਹ ਉਲਝਦਾ ਨਹੀਂ। ਪਰਮੇਸ਼ਰ ਦਾ ਨਾਮ ਹੈ ਜਿਹੜਾ, ਉਸ ਨਾਮ ਦਾ ਹੀ ਰਸ ਲੈਂਦਾ ਰਹਿੰਦਾ ਹੈ। ਜਾਂ ਕਾ ਕਹਿਆ ਦਰ ਗਏ ਚੱਲੈ, ਕਿ ਜਿਸ ਪੁਰਖ ਨੂੰ ਪਰਮੇਸ਼ਰ ਦਾ ਨਾਮ ਹੈ, ਨਾਮ ਦਾ ਰਸ ਆ ਗਿਆ, ਕਿ ਉਸ ਦਾ ਕਹਿਆ ਹੋਇਆ ਬਚਨ ਦਰ ਗਏ ਚੱਲੈ, ਦਰਗਾਹ ਵਿੱਚ ਚੱਲਦਾ ਹੈ। ਜੈਸਾ ਕਿ ਜੋ ਕਿਸ ਕਰੈ ਸੋਈ ਪ੍ਰਭ ਮਾਨਹਿ, ਓਏ ਰਾਮ ਨਾਮ ਰੰਗ ਰਾਤੇ। ਜਿਹੜੇ ਰਾਮ ਨਾਮ ਦੇ ਰੰਗ ਦੇ ਵਿੱਚ ਰੰਗੇ ਹਨ, ਜੋ ਕਿਸ ਕਹੈ, ਜੋ ਕੁਝ ਵੀ ਉਹ ਕਰਦਾ ਹੈ, ਕਹਿੰਦਾ ਹੈ, ਸੋਈ ਪ੍ਰਭ ਮਾਨਹਿ, ਉਹੀ ਕੁਝ ਪ੍ਰਭੂ ਪਰਮੇਸ਼ਰ ਉਸ ਦਾ ਮੰਨਦਾ ਹੈ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਜਦੋਂ ਉਹ ਪਰਮੇਸ਼ਰ ਦੇ ਨਾਮ ਜਪਣ ਵਾਲਾ, ਨਾਮ ਦਾ ਰਸ ਲੈਣ ਵਾਲਾ ਜੋ ਕੁਝ ਵੀ ਮੰਗਦਾ ਹੈ, ਸੋਈ ਸੋਈ ਦੇਵੈ, ਉਹੀ ਕੁਝ ਪਰਮੇਸ਼ਰ ਉਸ ਨੂੰ ਦਿੰਦਾ ਹੈ। ਸੋ ਕਿਸ ਕੋ ਨਦਰ ਲੈ ਆਵੈ ਤਲੈ, ਸੋ ਉਹ ਕਿਸ ਨੂੰ ਆਪਣੀ ਨਾਦਰ, ਕਿਸ ਨੂੰ ਆਪਣੀ ਦ੍ਰਿਸ਼ਟੀ ਹੇਠਾਂ ਲੈ ਕੇ ਆਉਣਾ ਕਰੇ, ਭਾਵ ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਜਿਸ ਪੁਰਖ ਨੂੰ ਨਾਮ ਦਾ ਰਸ ਆਉਂਦਾ ਹੈ, ਕਿ ਉਸ ਪੁਰਖ ਦਾ ਕਹਿਆ ਹੋਇਆ ਦਰਗਾਹ ਦੇ ਵਿੱਚ ਬਚਨ ਚੱਲਦਾ ਹੈ, ਕਿ ਉਹ ਕਿਸ ਨੂੰ ਆਪਣੀ ਨਾਦਰ ਦ੍ਰਿਸ਼ਟੀ ਹੇਠਾਂ ਲੈ ਆਉਂਦਾ ਹੈ, ਭਾਵ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਜਾਂ ਕਾ ਸਭ ਕਿਸ ਤਾਂ ਕਾ ਹੋਏ, ਹੇ ਭਾਈ
ਜਿਸ ਵਾਹਿਗੁਰੂ ਦਾ ਸਾਰਾ ਕੁਝ ਬ੍ਰਹਿਮੰਡ ਆਦਿਕ ਰਚਿਆ ਹੋਇਆ ਹੈ, ਤਿਸ ਪਰਮੇਸ਼ਰ ਦਾ ਹੋਣਾ ਬਣਨਾ ਕਰ, ਉਸ ਪਰਮੇਸ਼ਰ ਦਾ ਹੋਣਾ ਬਣਨਾ ਕਰ, ਜਿਸ ਪਰਮੇਸ਼ਰ ਦਾ, ਜਿਸ ਵਾਹਿਗੁਰੂ ਦਾ ਸਾਰਾ ਕੁਝ ਬ੍ਰਹਿਮੰਡ ਆਦਿਕ ਰਚਿਆ ਹੋਇਆ ਹੈ। ਨਾਨਕ ਤਾਂ ਕੋ ਸਦਾ ਸੁਖ ਹੋਏ। ਸਤਿਗੁਰੂ ਜੀ ਕਥਨ ਕਰਦੇ ਹਨ, ਉਸ ਪੁਰਖ ਨੂੰ ਸਦਾ ਸਦੀਵੀ ਨਿਤ ਰਹਿਣ ਵਾਲਾ ਸੁਖ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਪਰਮੇਸ਼ਰ ਦਾ ਹੋ ਜਾਂਦਾ ਹੈ। ਕਿ ਜਿਸ ਵਾਹਿਗੁਰੂ ਦਾ ਸਾਰਾ ਕੁਝ ਰਚਿਆ ਹੋਇਆ ਹੈ, ਉਸ ਪਰਮੇਸ਼ਰ ਦਾ ਜੋ ਹੋ ਜਾਂਦਾ ਹੈ, ਬਣ ਜਾਂਦਾ ਹੈ। ਸਤਿਗੁਰੂ ਜੀ ਸਮਝਾ ਰਹੇ ਹਨ, ਉਸ ਪੁਰਖ ਨੂੰ ਸਦੀਵੀ ਸੁਖ, ਨਿਤ ਰਹਿਣ ਵਾਲਾ ਸੁਖ ਆਨੰਦ ਪ੍ਰਾਪਤ ਹੋ ਜਾਂਦਾ ਹੈ। ਗੌੜੀ ਮਹੱਲਾ ਪੰਜਵਾ। ਜਾਂ ਕੈ ਦੁਖ ਸੁਖ ਸਮ ਕਰ ਜਾਪੈ, ਤਾਂ ਕੋ ਕਾੜਾ ਕਹਾਂ ਵਿਆਪੈ। ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ। ਰਹਾਉ ਜਾਂ ਕੈ ਅਚਿੰਤ ਬਸੈ ਮਨ ਆਏ, ਤਾਂ ਕੋ ਚਿੰਤਾ ਕਤਹੂ ਨਾਹੀ। ਜਾਂ ਕੈ ਬਿਨਸਿਓ ਮਨ ਤੇ ਭਰਮਾ, ਤਾਂ ਕੈ ਕਛੂ ਨਾਹੀ ਡਰ ਜਮਾ। ਜਾਂ ਕੈ ਹਿਰਦੈ ਦਿਓ ਗੁਰ ਨਾਮਾ, ਕਹੋ ਨਾਨਕ ਤਾਂ ਕੈ ਸਗਲ ਨਿਧਾਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾਂ ਕੈ ਦੁੱਖ ਸੁੱਖ ਸਮ ਕਰ ਜਾਪੈ, ਕਿ ਜਿਸ ਗੁਰਮੁਖ ਦੇ ਹਿਰਦੇ ਨੇ ਦੁੱਖ ਅਤੇ ਸੁੱਖ ਨੂੰ ਸਮ ਕਰ, ਇੱਕ ਬਰਾਬਰ ਕਰਕੇ ਜਾਣਿਆ ਹੈ। ਸਮ ਇੱਕ ਬਰਾਬਰ। ਜਾਂ ਕੈ ਦੁੱਖ ਸੁੱਖ ਸਮ ਕਰ ਜਾਪੈ, ਕਿ ਜਾਂ ਜਿਸ ਗੁਰਮੁਖ ਦੇ ਹਿਰਦੇ ਨੇ ਦੁੱਖ ਅਤੇ ਸੁੱਖ ਨੂੰ ਸਮਕਾਰ ਇੱਕ ਸਮਾਨ ਕਰਕੇ ਜਾਣਿਆ ਹੈ। ਭਾਵ ਜਿਸ ਦੀ ਅੰਤਸ ਕਰਨ ਦੀ ਹਿਰਦੇ ਦੀ ਬਿਰਤੀ ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿੰਦੀ ਹੈ। ਤਾਂ ਕੋ ਕਾੜਾ ਕਹਾਂ ਵਿਆਪੈ, ਕਿ ਤਾਂ ਉਸ ਨੂੰ ਕਿਸੇ ਪ੍ਰਕਾਰ ਦਾ ਕਾੜਾ ਝੋਰਾ ਫਿਕਰ ਕਿੱਥੇ ਵਿਆਪਦਾ ਹੈ, ਭਾਵ ਨਹੀਂ ਵਿਆਪਦਾ। ਜਿਸ ਗੁਰਮੁਖ ਦੇ ਹਿਰਦੇ ਨੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਕਰਕੇ ਜਾਣਿਆ ਹੈ, ਭਾਵ ਜਿਸ ਦੀ ਅੰਤਸ ਕਰਨ ਦੀ ਬਿਰਤੀ, ਹਿਰਦੇ ਦੀ ਬਿਰਤੀ ਦੁੱਖ ਸੁੱਖ ਵਿੱਚ ਇੱਕ ਸਮਾਨ ਰਹਿੰਦੀ ਹੈ। ਤਾਂ ਕੋ ਕਾੜਾ ਕਹਾਂ ਵਿਆਪੈ, ਉਸ ਨੂੰ ਕਿਸੇ ਪ੍ਰਕਾਰ ਦਾ ਕਾੜਾ ਝੋਰਾ ਫਿਕਰ ਕਿੱਥੇ ਵਿਆਪਦਾ ਹੈ, ਭਾਵ ਨਹੀਂ ਵਿਆਪਦਾ। ਜੈਸਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਜਹੀ ਭੈ ਨਹੀਂ ਜਾਂ ਕੈ, ਕੰਚਨ ਮਾਟੀ ਮਾਨੈ। ਕਿ ਜੋ ਪਰਮੇਸ਼ਰ ਦਾ ਪਿਆਰਾ ਗੁਰਮੁਖ ਹੁੰਦਾ ਹੈ, ਗੁਰੂ ਦੀ ਵਿਚਾਰ ਤੇ ਚੱਲਦਾ ਹੈ, ਗੁਰੂ ਦੇ ਹੁਕਮ ਤੇ ਚੱਲਦਾ ਹੈ, ਜੋ ਨਰ ਉਹ ਮਨੁੱਖ, ਪਰਮੇਸ਼ਰ ਦੇ ਨਾਮ ਜਪਣ ਵਾਲਾ ਭਗਤ ਜਨ, ਦੁੱਖ ਮੈਂ ਦੁੱਖ ਨਹੀਂ ਮਾਨੈ, ਉਹ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ। ਸੁਖ ਸਨੇਹ ਅਰ ਭੈ ਨਹੀਂ ਜਾਂ ਕੈ, ਨਾ ਉਸ ਨੂੰ ਸੁੱਖ ਨਾਲ ਸੰਬੰਧ ਹੈ, ਨਾ ਭੈ ਡਰ ਨਾਲ ਸੰਬੰਧ ਹੈ। ਤੇ ਕੰਚਨ ਮਾਟੀ ਮਾਨੈ, ਮਿੱਟੀ ਨੂੰ, ਸੋਨੇ ਨੂੰ ਮਿੱਟੀ ਜਾਣਦਾ ਹੈ। ਕੰਚਨ ਸੋਨਾ, ਕਿ ਸੋਨੇ ਨੂੰ ਮਿੱਟੀ ਸਮਾਨ ਮੰਨਦਾ ਹੈ। ਜਿਸ ਦੀ ਪਰਮੇਸ਼ਰ ਦੇ ਨਾਲ ਲੱਗੀ ਲਿਵਤੀ ਬਿਰਤੀ ਤੇ ਪ੍ਰੇਮ ਭਾਲਿਆ ਜਿਸ ਨੇ ਪਰਮੇਸ਼ਰ ਨਾਲ, ਉਹ ਫਿਰ ਇਸ ਸੰਸਾਰੀ ਜੀਵਾਂ ਦੇ ਪਿਆਰ ਤੋਂ ਤੇ ਸੰਸਾਰੀ ਵਸਤੂਆਂ ਤੋਂ ਉੱਪਰ ਉੱਠ ਜਾਂਦਾ ਹੈ। ਪਰਮੇਸ਼ਰ ਦੇ ਨਾਲ ਹੀ ਉਸ ਦਾ ਜਦੋਂ ਪ੍ਰੇਮ ਵੱਧ ਜਾਂਦਾ ਹੈ, ਇੱਥੋਂ ਵਾਲੀਆਂ ਚੀਜ਼ਾਂ ਨੂੰ ਉਹ, ਕੰਚਨ ਨੂੰ, ਸੋਨੇ ਨੂੰ ਵੀ ਮਿੱਟੇ ਸਮਾਨ ਸਮਝਦਾ ਹੈ।
ਤੇ ਸੁੱਖ ਸਨੇਹ ਅਰ ਭੈ ਨਹੀਂ ਜਾਂ ਕੈ। ਨਾ ਉਹਨੂੰ ਸੁੱਖ ਚੰਗਾ ਲੱਗਦਾ ਹੈ, ਨਾ ਹੀ ਉਸ ਨੂੰ ਡਰ ਹੈ ਕਿਸੇ ਚੀਜ਼ ਦਾ। ਮਹਾਰਾਜ ਜੀ ਸਮਝਾ ਰਹੇ ਹਨ, ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ ਰਹਾਉ। ਸਹਿਜ ਆਨੰਦ ਹਰ ਸਾਧੂ ਮਾਹੇ, ਕਿ ਹਰੀ ਦੇ ਸਾਧੂ ਸੰਤ ਜਨਾਂ ਦੀ ਸੰਗਤ ਵਿੱਚ ਸਹਿਜ ਹੀ ਸੁਤੇ ਹੀ ਸਰੂਪ ਦਾ ਆਨੰਦ ਬਣਿਆ ਰਹਿੰਦਾ ਹੈ। ਉਸ ਪਰਮੇਸ਼ਰ ਦਾ ਆਨੰਦ ਬਣਿਆ ਰਹਿੰਦਾ ਹੈ ਕਿ ਜਿਸ ਨੇ ਸੋਨੇ ਨੂੰ ਮਿੱਟੀ ਜਾਣਿਆ ਹੈ, ਦੁੱਖ ਸੁੱਖ ਨੂੰ ਇੱਕ ਸਮਾਰ ਜਾਣਿਆ ਹੈ, ਤੇ ਹਿਰਦੇ ਦੀ ਬਿਰਤੀ ਨੂੰ ਇੱਕ ਸਮਾਨ ਕਰ ਲਿਆ ਹੈ, ਤੇ ਉਸ ਨੂੰ ਝੋਰਾ ਫਿਕਰ ਕੋਈ ਨਹੀਂ ਵਿਆਪਦਾ। ਫਿਰ ਉਹ ਸਹਿਜ ਆਨੰਦ ਹਰ ਸਾਧੂ ਮਾਹੇ, ਉਹ ਹਰੀ ਦੇ ਸਾਧੂ ਸੰਤ ਜਨਾਂ ਦੀ ਸੰਗਤ ਵਿੱਚ ਸੋਤੇ ਹੀ ਸਰੂਪ ਦਾ ਆਨੰਦ ਬਣਿਆ ਰਹਿੰਦਾ ਹੈ। ਉਹ ਹਰੀ ਦੇ ਸਾਧੂ ਸੰਤ ਜਨ ਦੇ ਹਿਰਦੇ ਵਿੱਚ ਸਹਿਜ ਕਰਕੇ, ਗਿਆਨ ਕਰਕੇ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਆਗਿਆਕਾਰੀ ਹਰ ਹਰ ਰਾਏ, ਜੋ ਰਾਏ ਰਾਜਾ ਸਰੂਪ ਪਰਮੇਸ਼ਰ ਦਾ ਸਦਾ ਹੀ ਆਗਿਆਕਾਰੀ ਹੁਕਮ ਨੂੰ ਮੰਨਣ ਵਾਲਾ ਹੈ, ਉਸ ਹਰੀ ਦੇ ਸਾਧੂ ਸੰਤ ਜਨ ਦੇ ਹਿਰਦੇ ਵਿੱਚ ਗਿਆਨ ਕਰਕੇ ਸਦਾ ਆਨੰਦ ਬਣਿਆ ਰਹਿੰਦਾ ਹੈ। ਜਾਂ ਕੈ ਅਚਿੰਤ ਬਸੈ ਮਨ ਆਏ, ਤਾਂ ਕੋ ਚਿੰਤਾ ਕਤਹੁ ਨਾਹੀ। ਜਿਸ ਦੇ ਮਨ ਵਿੱਚ, ਜਿਸ ਦੇ ਹਿਰਦੇ ਵਿੱਚ ਅਚਿੰਤ ਚਿੰਤਾ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਆ ਕੇ ਵਸ ਗਿਆ ਹੈ। ਜਾਂ ਕੈ ਅਚਿੰਤ ਬਸੈ ਮਨ ਆਏ, ਜਾਂ ਕੈ ਜਿਸ ਦੇ ਮਨ ਦੇ ਵਿੱਚ, ਹਿਰਦੇ ਵਿੱਚ ਚਿੰਤਾ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਆ ਕੇ ਵਸ ਗਿਆ ਹੈ। ਤਾਂ ਕੋ ਚਿੰਤਾ ਕਤਹੁ ਨਾਹੇ, ਤਾਂ ਉਸ ਨੂੰ ਕਤਹੁ ਕਦੇ ਵੀ ਚਿੰਤਾ ਫਿਕਰ ਨਹੀਂ ਹੁੰਦਾ। ਜਿਸ ਦੇ ਮਨ ਵਿੱਚ, ਜਿਸ ਦੇ ਹਿਰਦੇ ਵਿੱਚ ਚਿੰਤਾ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਆ ਕੇ ਵਸਦਾ ਹੈ, ਉਸ ਨੂੰ ਕਦੇ ਵੀ ਚਿੰਤਾ ਫਿਕਰ ਨਹੀਂ ਹੁੰਦਾ। ਜਾਂ ਕੈ ਬਿਨਸਿਓ ਮਨ ਤੇ ਭਰਮਾ, ਤਾਂ ਕੈ ਕਛੂ ਨਾਹੀ ਡਰ ਜਮਾ। ਜਾਂ ਕੈ ਜਿਸ ਦੇ ਮਨ ਤੇ, ਜਿਸ ਦੇ ਮਨ ਤੋਂ ਭਰਮ ਬਿਨਸਿਓ ਨਾਸ ਹੋ ਗਿਆ ਹੈ। ਜਾਂ ਕੈ ਬਿਨਸਿਓ ਮਨ ਤੇ ਭਰਮਾ, ਜਿਸ ਦੇ ਮਨ ਤੋਂ ਭਰਮ ਬਿਨਸਿਓ ਨਾਸ ਹੋ ਗਿਆ ਹੈ। ਤਾਂ ਕੈ ਕਛੂ ਨਾਹੀ ਡਰ ਜਮਾ, ਤਾਂ ਉਸ ਦੇ ਮਨ ਨੂੰ ਜਮਾਂ ਦਾ, ਇਸ ਜਵਾਨੇ ਦਾ ਉੱਕਾ ਹੀ ਕੁਝ ਵੀ ਡਰ ਨਹੀਂ ਲੱਗਦਾ। ਜਾਂ ਕੈ ਹਿਰਦੈ ਦੀਓ ਗੁਰਨਾਮਾ, ਜਿਸ ਦੇ ਹੀਐ ਹਿਰਦੇ ਅੰਦਰ, ਚਿੱਤ ਅੰਦਰ ਸਤਿਗੁਰੂ ਸਾਹਿਬ ਜੀ ਦੇ ਨਾਮ ਦਾ, ਅੰਮ੍ਰਿਤ ਨਾਮ ਦਾ ਬਖਸ਼ਿਸ਼ ਦਿੱਤਾ ਹੈ। ਜਾਂ ਕੈ ਹਿਰਦੈ ਦੀਓ ਗੁਰਨਾਮਾ, ਕਿ ਜਿਸ ਦੇ ਹਿਰਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਨਾਮ ਅੰਮ੍ਰਿਤ ਬਖਸ਼ ਦਿੱਤਾ ਹੈ। ਕਹੋ ਨਾਨਕ ਤਾਂ ਕੈ ਸਗਲ ਨਿਧਾਨਾ, ਗੁਰੂ ਜੀ ਕਥਨ ਕਰਦੇ ਹਨ ਕਿ ਤਿਸ ਨੂੰ ਸਗਲ ਸਾਰੇ ਖਜ਼ਾਨੇ ਬਖਸ਼ ਦਿੱਤੇ ਹਨ। ਜਿਸ ਦੇ ਹਿਰਦੇ ਅੰਦਰ, ਚਿੱਤ ਅੰਦਰ ਸਤਿਗੁਰੂ ਜੀ ਨੇ ਅੰਮ੍ਰਿਤ ਨਾਮ ਬਖਸ਼ ਦਿੱਤਾ ਹੈ, ਉਸ ਨੂੰ ਸਾਰੇ ਖਜ਼ਾਨੇ ਬਖਸ਼ ਦਿੱਤੇ ਹਨ। ਸਭ ਤੋਂ ਵੱਡਾ ਜੋ ਨਾਮ ਦਾ ਖਜ਼ਾਨਾ ਹੈ, ਇਹ ਨਾਮ ਦਾ ਖਜ਼ਾਨਾ ਜਿਸ ਨੂੰ ਪਰਮੇਸ਼ਰ ਨੇ ਬਖਸ਼ ਦਿੱਤਾ ਹੈ, ਇਸ ਦੇ ਵਿੱਚ ਸਾਰੇ ਖਜ਼ਾਨੇ ਆ ਜਾਂਦੇ ਹਨ। ਗੁਰੂ ਜੀ ਕਥਨ ਕਰਦੇ ਹਨ ਕਿ ਸਤਿਗੁਰੂ ਜੀ ਨੇ ਜਿਸ ਨੂੰ ਅੰਮ੍ਰਿਤ ਨਾਮ ਬਖਸ਼ ਦਿੱਤਾ ਹੈ, ਉਸ ਨੂੰ ਸਾਰੇ ਨਿਧਾਨਾ ਖਜ਼ਾਨੇ ਬਖਸ਼ ਦਿੱਤੇ ਹਨ। ਗੌੜੀ ਮਹੱਲਾ ਪੰਜਵਾ।
आगम रूप का मन में थाना, गुर प्रसाद किनै बिरलै जाना। सहज कथा के अमृत कुंटा, जिस हे प्राप्त तिसलै भूंचा रहाओ। अनहत बाणी थान निराला, ताकि धुन मोहे गोपाला। तह सहज अखारे अनेक अनंता, पार ब्रह्म के संगी संता। हारख अनंत सोग नहीं बिया, सो घर गुरु नानक को दिया। महाराज जी, गुरु अर्जन देव महाराज जी ने बड़े ही विस्तार दे नाल गुरबाणी द्वारा उपदेश बख्शिश कीता है। गौड़ी राग दे अंदर गुरु अर्जन देव महाराज जी समझा रहे हैं, आगम रूप का, आगम रूप का मन में थाना, कि हे भाई आगम मन दी हंगता तो परे, आगम अचल रूप परमेश्वर दा मन दे विच हिरदे विच ही थाना है, अस्थान है। आगम रूप का मन में थाना, हे भाई आगम मन दी हंगता तो परे, अचल रूप परमेश्वर दा मन दे विच हिरदे विच ही अस्थान है। परमेश्वर इस दे हिरदे अंदर वसदा है। गुर प्रसाद किनै बिरलै जाना, पर सतगुरां दी प्रसाद किरपा द्वारा उस व्यापक स्वरूप नूं किसे बिरले किसे टामे ने ही जानना कीता है कि परमेश्वर अंदर वसदा है। यह शरीर है जिहड़ा उस परमेश्वर दा ही मंदिर है, इस दे विच वसदा है। पर जानिया ये किसी बिरले ने ही है कि परमेश्वर अंदर वसदा है, हर एक दे अंदर वसदा है। घट घट में हर जू वसै, कि हरि परमेश्वर हरेक दे घटां घटां दे विच हिरदियां हिरदियां विच वस रहा है। सहज कथा के अमृत कुंटा, ओह सहज ओह ज्ञान स्वरूप परमेश्वर की प्राप्ति वाली कथा दे संत महात्मा दे हिरदे अमृत दे कुंटा कुंड बने हुए हैं, जिथे परमेश्वर वसदा है। कि ओह ज्ञान स्वरूप परमेश्वर की प्राप्ति वाली कथा दे संत महात्मा दे हिरदे अंदर कुंड बने हुए हैं। उस दी सहज अवस्था की कथा नूं करन वास्ते महापुरख दे मुख अमृत दे कुंटा कुंड बने हुए हैं। भाव महापुरखां दी रसना विचों अमृत नाम ही सुनन नूं मिलदा है। जिस हे प्राप्त तिसलै भुंचा रहाओ। जिस है जिस नूं साध संगत दी प्राप्ति हुई है, उसने साध संगत विचों अमृत नाम नूं लैके भुंचना भोगना कीता है। जिस है प्राप्त तिसलै भुंचा, के जिसनों साध संगत की प्राप्ति हुई है, उसने साध संगत दे विचों अमृत नाम नूं लैके भोगना कीता है। रहाओ विश्राम दे के महाराज जी कथन करते हैं, अनहत बाणी थान निराला। जो अनहत नाश तो रहत सिखियातता रूप बाणी का अस्थान दुनिया तो निराला बखरा है। अनहत नाम तो रहत परमेश्वर की प्राप्ति वाली साध संगत रूपी जगह दुनिया की लोक वार्ता देश वार्ता कौम वार्ता तो न्यारी ही है। कि जो नाम तो रहत है, बाणी आदिकां दा विषा नहीं, उस ओह स्वरूप रूपी थां सब तो निराला असंग है। जो महापुरख नाश तो रहत बाणी नूं उचारण करते हैं, उसका अंतःकरण रूपी हिरदा रूपी थां न्यारा ही है। ताकि धुन मोहे गोपाला। तां उस संत जना दी शब्द की धुनी आवाज़ सुन के
ਗੋਪਾਲਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਹੀ ਮੋਹੇ ਮੋਹਤ ਹੋ ਜਾਂਦਾ ਹੈ, ਆਨੰਦ ਦੇ ਸਹਿਤ ਹੋ ਜਾਂਦਾ ਹੈ। ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਦੇ ਕੋਲੋਂ ਕੀਰਤਨ ਸੁਣਿਆ ਕਰਦੇ ਸਨ। ਜਦੋਂ ਭਾਈ ਮਰਦਾਨਾ ਜੀ ਨੇ ਸਭ ਤੋਂ ਪਹਿਲੀ ਵਾਰ ਰਬਾਬ ਵਜਾਇਆ ਸੀ ਤਾਂ ਉਸੇ ਵੇਲੇ ਬ੍ਰਿਛਾਂ ਵਿੱਚੋਂ ਰਾਸ ਨੁੱਚਣ ਲੱਗ ਪਿਆ ਸੀ। ਸੁਣਨ ਵਾਲੇ ਪੰਛੀ ਆਪਣੇ ਖੰਭਾਂ ਨੂੰ ਪਸਾਰ ਕੇ ਬੈਠ ਗਏ ਸਨ ਜਦ ਭਾਈ ਮਰਦਾਨੇ ਨੇ ਰਬਾਬ ਪਹਿਲੇ ਵਾਰ ਵਜਾਈ ਸੀ। ਜੋ ਵੀ ਬਣਤੇ ਹਿਰਨ ਸਨ ਉਹ ਵੀ ਆ ਕੇ ਖੜੇ ਹੋ ਗਏ। ਜੋ ਸ਼ੇਰ ਬਘਿਆੜ ਆਦਿਕ ਵੀ ਵਿਰੋਧ ਛੱਡ ਕੇ ਕੀਰਤਨ ਸੁਣਨ ਲੱਗ ਪਏ ਸਨ। ਸਤਿਗੁਰਾਂ ਨੇ ਕਿਹਾ ਕਿ 10 ਮਰਦਾਨਿਆਂ ਤੁਸਾਂ ਕਿਹੋ ਜਿਹਾ ਰਬਾਬ ਵੇਖਿਆ ਹੈ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਜੀ ਤੁਹਾਡੀ ਕੁਦਰਤ ਨੂੰ ਤੁਸੀਂ ਹੀ ਜਾਣਦੇ ਹੋ, ਬਹੁਤ ਹੀ ਅਸਚਰਜ ਹੈ, ਮੈਂ ਤਾਂ ਕਿਸੇ ਕੋਲੋਂ ਕਦੇ ਸਿੱਖਿਆ ਨਹੀਂ। ਇਹ ਰਬਾਬ ਵਜਾਉਣੀ ਮੈਂ ਕਿਸੇ ਕੋਲੋਂ ਕਦੇ ਸਿੱਖਿਆ ਨਹੀਂ। ਇਹ ਸਤ ਕਰਤਾਰ ਤੂੰ ਹੀ ਨਿਰੰਕਾਰ ਦੀ ਧੁਨੀ ਦੀ ਆਵਾਜ਼ ਆ ਰਹੀ ਹੈ। ਜੋ ਰਬਾਬ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਮਰਦਾਨਾ ਕਹਿਣ ਲੱਗਿਆ ਇਹ ਸਤ ਕਰਤਾਰ ਕਹਿ ਰਹੀ ਹੈ ਤੇ ਤੂੰ ਹੀ ਨਿਰੰਕਾਰ ਦੀ ਧੁਨੀ ਦੀ ਆਵਾਜ਼ ਆ ਰਹੀ ਹੈ। ਸੋ ਇਸ ਪ੍ਰਕਾਰ ਨਿਰੰਕਾਰ ਦੀ ਧੁਨੀ ਨੇ ਸਾਰੇ ਜੀਵ ਜੰਤ ਜੜ ਵਸਤੂਆਂ ਵੀ ਮੋਹਿਤ ਕਰ ਲਈਆਂ। ਉਹਨਾਂ ਦੀ ਧੁਨੀ ਨੂੰ ਸੁਣ ਕੇ ਪ੍ਰਿਥਵੀ ਦਾ ਮਾਲਕ ਆਪ ਮੋਹਿਤ ਹੋ ਜਾਂਦਾ ਹੈ। ਜਿਹੜਾ ਨਾਮ ਜਪਦਾ ਹੈ, ਨਾਮ ਦੇ ਵਿੱਚ ਬਿਰਤੀ ਜੋੜ ਲੈਂਦਾ ਹੈ ਕਿ ਉਸ ਬਿਰਤੀ ਤੇ ਪਰਮੇਸ਼ਰ ਮੋਹਿਤ ਹੋ ਕੇ ਉਹਨਾਂ ਨੂੰ ਆਪਣੇ ਨਾਲ ਲਾ ਲੈਂਦਾ ਹੈ। ਤਹਿ ਸਹਿਜ ਅਖਾਰੇ ਅਨੇਕ ਅਨੰਤਾ। ਉੱਥੇ ਸੰਤਾਂ ਦੀ ਸੰਗਤ ਵਿੱਚ ਸੁਤੇ ਹੀ ਅਖਾਰੇ ਸਭਾ ਲੱਗੀਆਂ ਰਹਿੰਦੀਆਂ ਹਨ। ਬੇਅੰਤ ਹੀ ਸ਼ਰਾਵਣ ਅਤੇ ਅਨੰਤਾ ਬੇਅੰਤ ਹੀ ਪਰਮੇਸ਼ਰ ਦਾ ਮੰਨਣ ਕਰਦੇ ਹਨ। ਜਿੱਥੇ ਸਤ ਸੰਗਤ ਲੱਗਦੀ ਹੈ ਕਿ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ, ਕਿ ਸਾਧੂ ਮਹਾਤਮਾ ਨਾਮ ਜਪਦੇ ਹਨ, ਗੁਰਸਿੱਖ ਪਿਆਰੇ ਨਾਮ ਜਪਦੇ ਹਨ। ਉੱਥੇ ਸੰਤਾਂ ਦੀ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਸੁਤੇ ਹੀ ਸਭਾ ਲੱਗੀਆਂ ਰਹਿੰਦੀਆਂ ਹਨ। ਬੇਅੰਤ ਹੀ ਸ਼ਰਾਵਣ ਤੇ ਬੇਅੰਤ ਹੀ ਪਰਮੇਸ਼ਰ ਦਾ ਮੰਨਣ ਕਰਦੇ ਹਨ। ਉੱਥੇ ਸਹਿਜੇ ਹੀ ਸ਼ਰਾਵਣ ਮੰਨਣ ਨਿਧਿਆਸਣ ਦੇ ਅਖਾਰੇ ਲੱਗੇ ਰਹਿੰਦੇ ਹਨ ਕਿ ਸਭਾ ਲੱਗੀਆਂ ਰਹਿੰਦੀਆਂ ਹਨ। ਅਨੇਕਾਂ ਹੀ ਸਰੂਪ ਦੀ ਸਕਿਆਤਤਾ ਵਾਲੇ ਜੀਵਨ ਮੁਕਤ ਰਹਿੰਦੇ ਹਨ। ਬੇਅੰਤ ਹੀ ਬਦੇ ਮੁਕਤ ਉਸ ਅਵਸਥਾ ਵਿੱਚ ਬੈਠੇ ਰਹਿੰਦੇ ਹਨ ਜਿੱਥੇ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ, ਸਤ ਸੰਗਤ ਹੁੰਦੀ ਹੈ। ਪਰ ਸਤ ਸੰਗਤ ਉਹ ਹੈ ਜਿੱਥੇ ਇੱਕ ਪਰਮੇਸ਼ਰ ਦੀ ਇੱਕ ਬਾਣੀ ਦੀ ਗੱਲ ਹੁੰਦੀ ਹੈ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਬਖਾਣੀਐ। ਇੱਕ ਪਰਮੇਸ਼ਰ ਦੀ ਗੱਲ ਹੁੰਦੀ ਹੋਵੇ, ਪਰਮੇਸ਼ਰ ਦਾ ਜਾਪ ਹੁੰਦਾ ਹੋਵੇ, ਨਾਮ ਜਪਿਆ ਜਾਂਦਾ ਹੋਵੇ। ਪਾਰ ਬ੍ਰਹਮ ਕੇ ਸੰਗੀ ਸੰਤਾ। ਉੱਥੇ ਪਾਰ ਬ੍ਰਹਮ ਪਰਮੇਸ਼ਰ ਦੇ ਸੰਗੀ ਮਹਾਤਮਾ ਰਹਿੰਦੇ ਹਨ। ਜਿੱਥੇ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ ਉੱਥੇ ਪਰਮੇਸ਼ਰ ਦੇ ਸੰਗੀ ਮਹਾਤਮਾ ਰਹਿੰਦੇ ਹਨ। ਹਰਖ ਅਨੰਤ ਸੋਗ ਨਹੀਂ ਬੀਆ। ਉੱਥੇ ਸਾਧ ਸੰਗਤ ਦੇ ਵਿੱਚ ਅਨੰਤ ਅੰਤ ਤੋਂ ਰਹਿਤ ਆਨੰਦ ਹੀ ਆਨੰਦ ਹੈ। ਸੋਗ ਨਹੀਂ ਬੀਆ, ਹੋਰ ਬੀਆ ਦੂਜੀ ਕੋਈ ਚੀਜ਼ ਫਿਕਰ ਵਾਲੀ ਨਹੀਂ ਹੈ। ਸੋ ਘਰ ਗੁਰੂ ਨਾਨਕ ਕੋ ਦੀਆ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਸੋ ਉਹ ਸਤ ਸੰਗਤ ਸੱਚਖੰਡ ਸਰੂਪ ਰੂਪੀ ਘਰ ਮੈਨੂੰ ਦਾਸ ਨੂੰ ਸਤਿਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਨੇ ਦੇਣਾ ਕੀਤਾ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਸਤ ਸੰਗਤ ਸੱਚਖੰਡ ਸਰੂਪ ਰੂਪੀ ਘਰ ਮੈਨੂੰ ਦਾਸ ਨੂੰ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਮਹਾਰਾਜ ਜੀ ਨੇ
ਦੇਣਾ ਕੀਤਾ ਹੈ। ਅਨਹਤ ਬਾਣੀ ਥਾਨ ਨਿਰਾਲਾ, ਤਾਂ ਕੀ ਧੁਨ ਮੋਹੇ ਗੋਪਾਲਾ। ਅਨਹਤ ਬਾਣੀ ਥਾਨ ਨਿਰਾਲਾ, ਜੋ ਪਰਮੇਸ਼ਰ ਦੇ ਸੰਗੀ ਸੰਤ ਹਨ ਉਹਨਾਂ ਦੀ ਐਸੀ ਰਸਨਾ ਹੈ ਕਿ ਅਨਹਤ ਬਾਣੀ ਨਾਸ ਤੋਂ ਰਹਿਤ ਮਰਿਆਂ ਨੂੰ ਜਿਉਂਦਾ ਕਰਨ ਵਾਲੀ ਉਚਾਰਨ ਕਰਦੇ ਹਨ। ਥਾਨ ਨਿਰਾਲਾ, ਉਹਨਾਂ ਦਾ ਹਿਰਦਾ ਰੂਪੀ ਸਥਾਨ ਰਾਗ ਦਵੈਤ ਤੋਂ ਨਿਰਾਲਾ ਵੱਖਰਾ ਹੈ। ਤਾਂ ਕਿ ਧੁਨ ਮੋਹ ਹੈ ਗੋਪਾਲਾ, ਕਿ ਉਹਨਾਂ ਦੀ ਧੁਨੀ ਨੂੰ, ਉਹਨਾਂ ਦੀ ਧੁਨੀ ਦਾ ਉਚਾਰਨ ਗੋਪਾਲਾ ਪਰਮੇਸ਼ਰ ਨੂੰ ਵੀ ਮੋਹਿਤ ਕਰ ਲੈਂਦਾ ਹੈ। ਫਿਰ ਜੀਵ ਜੰਤ ਕਿਉਂ ਨਾ ਮੋਹੇ ਜਾਣ, ਉਹਨਾਂ ਨੂੰ ਵੀ ਪਰਮੇਸ਼ਰ ਦੇ ਰੰਗ ਵਿੱਚ ਜੋੜ ਦਿੰਦੇ ਹਨ। ਤਹਿ ਸਹਿਜ ਅਖਾਰੇ ਅਨੇਕ ਅਨੰਤਾ, ਉੱਥੇ ਸਹਿਜ ਅਵਸਥਾ ਵਾਲੇ ਸੰਤ ਜਨਾਂ ਦੀਆਂ ਸਭਾ ਲੱਗੀਆਂ ਹਨ, ਜਿਸ ਵਿੱਚ ਅਨੇਕਾਂ ਸਰਾਵਣ ਮੰਨਣ ਵਾਲੇ ਪ੍ਰੇਮੀ ਹਨ ਅਤੇ ਅਨੰਤ ਬੇਅੰਤ ਹੀ ਨਿਧਿਆਸਣ ਦੁਆਰਾ ਸਰੂਪ ਦੀ ਸਖਿਆਤਤਾ ਵਾਲੇ ਹਨ। ਪਾਰ ਬ੍ਰਹਮ ਕੇ ਸੰਗੀ ਸੰਤਾ, ਕਿ ਉਹ ਪਾਰ ਬ੍ਰਹਮ, ਉਹ ਪਰਮੇਸ਼ਰ ਦੇ ਸੰਗੀ ਅਭੇਦਤਾ ਵਾਲੇ ਸੰਤ ਮਹਾਤਮਾ ਹਨ। ਹਰਖ ਅਨੰਤ ਸੋਗ ਨਹੀਂ ਬੀਆ, ਉੱਥੇ ਅੰਤ ਤੋਂ ਰਹਿਤ ਆਨੰਦ ਹੀ ਆਨੰਦ ਹੈ। ਦੂਸਰਾ ਵਿਛੋੜੇ ਆਦਿਕ ਕਰਕੇ ਕਦੇ ਸੋਗ ਨਹੀਂ ਹੁੰਦਾ। ਸੋ ਘਰ ਗੁਰੂ ਨਾਨਕ ਕੋ ਦੀਆ, ਸੋ ਉਹ ਘਰ ਗੁਰੂ ਰਾਮਦਾਸ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਡੇ ਤਾਈਂ ਦੇਣਾ ਕੀਤਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਸ਼ਬਦ ਦੀ ਵਿਚਾਰ ਕਰਕੇ ਸਮਾਪਤੀ। ਗੌੜੀ ਮਹੱਲਾ ਪੰਜਵਾ। ਕਾਵਨ ਰੂਪ ਤੇਰਾ ਆਰਾਧੋ, ਕਾਵਨ ਜੋਗ ਕਾਇਆ ਲੈ ਸਾਧੋ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਮਹਾਰਾਜ, ਤੇਰਾ ਕਾਵਨ ਰੂਪ ਤੇਰਾ, ਤੇਰਾ ਕਾਵਨ ਕਿਹੜਾ ਰੂਪ ਆਰਾਧੋ, ਆਰਾਧਨਾ ਕਰੀਏ। ਕਾਵਨ ਰੂਪ ਤੇਰਾ ਆਰਾਧੋ, ਹੇ ਮਹਾਰਾਜ ਤੇਰਾ ਕਾਵਨ ਕਿਹੜਾ ਰੂਪ ਆਰਾਧਨਾ ਕਰੀਏ। ਕਾਵਨ ਜੋਗ ਕਾਇਆ ਲੈ ਸਾਧੋ, ਕਿਹੜਾ ਜੋਗ ਕਰਕੇ, ਕਾਇਆ ਹੁੰਦਾ ਦੇਹ ਨੂੰ ਸਾਧਨਾ ਕਰੀਏ। ਹੇ ਮਹਾਰਾਜ ਤੇਰਾ ਕਿਹੜਾ ਰੂਪ ਆਰਾਧਨਾ ਕਰੀਏ, ਕਿਹੜਾ ਜੋਗ ਕਰਕੇ ਦੇਹੀ ਨੂੰ ਸਾਧਨਾ ਕਰੀਏ। ਕਾਵਨ ਗੁਣ ਜੋ ਤੁਝ ਲੈ ਗਾਵੋ, ਕਾਵਨ ਗੁਣ ਜੋ ਤੁਝ ਲੈ ਗਾਵੋ, ਕਿਹੜੇ ਗੁਣਾਂ ਨੂੰ ਲੈ ਕੇ, ਕਿਹੜੇ ਗੁਣਾਂ ਨੂੰ ਪ੍ਰਾਪਤ ਕਰਕੇ ਤੈਨੂੰ ਗਾਉਣਾ ਕਰੀਏ। ਹੇ ਪਰਮੇਸ਼ਰ ਕਾਵਨ ਬੋਲ ਪਾਰ ਬ੍ਰਹਮ ਰਿਝਾਓ। ਹੇ ਪਰਮੇਸ਼ਰ ਉਹ ਕਾਵਨ ਕਿਹੜੇ ਬੋਲ, ਕਿਹੜੇ ਵਚਨ ਹਨ ਜਿਨ੍ਹਾਂ ਕਰਕੇ ਤੈਨੂੰ ਰਿਝਾਓ, ਪ੍ਰਸੰਨ ਕਰੀਏ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਕਾਵਨ ਸੋ ਪੂਜਾ ਤੇਰੀ ਕਰੋ। ਤੇਰੀ ਕਾਵਨ ਕਿਹੜੀ ਸ੍ਰੇਸ਼ਟ ਪੂਜਾ ਕਰੀਏ। ਕਾਵਨ ਸੋ ਵਿਦ ਜਿਤ ਭਵ ਜਲ ਤਰੋ। ਉਹ ਕਾਵਨ ਕਿਹੜੀ ਸ੍ਰੇਸ਼ਟ ਜੁਗਤੀ ਹੈ ਜਿਸ ਦੁਆਰਾ ਭਵ ਜਲ ਸੰਸਾਰ ਸਮੁੰਦਰ ਤੋਂ ਤਰ ਜਾਈਏ। ਕਾਵਨ ਜਾਪ ਜਿਤ ਤਪਿਆ ਹੋਏ, ਕਾਵਨ ਤਾਪ ਜਿਤ ਤਪਿਆ ਹੋਏ। ਉਹ ਕਾਵਨ ਕਿਹੜਾ ਤਪ ਹੈ ਜਿਸ ਕਰਕੇ ਤਪਿਆ ਹੋਏ, ਤਪਿਆ ਹੋਈਦਾ ਹੈ, ਤਪ ਵਾਲਾ ਹੋਈਦਾ ਹੈ। ਕਾਵਨ ਸੋ ਨਾਮ ਹਉਮੈ ਮਲ ਖੋਏ। ਉਹ ਕਾਵਨ ਕਿਹੜਾ ਨਾਮ ਹੈ ਜਿਸ ਕਰਕੇ ਹੰਗਤਾ ਦੀ ਮੈਲ ਨਾਸ ਹੋ ਜਾਏਗੀ। ਅੱਗੋਂ ਸਤਿਗੁਰੂ ਜੀ ਉਪਰੋਕਤ ਪ੍ਰਾਸ਼ਨਾਂ ਦਾ ਸਮੁੱਚਾ ਉੱਤਰ ਦਿੰਦੇ ਹਨ 4 ਪੰਕਤੀਆਂ ਦੇ ਅੰਦਰ। ਮਹਾਰਾਜ ਜੀ ਕਹਿਣ ਲੱਗੇ, ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ। ਗੁਰੂ ਜੀ ਕਥਨ ਕਰਦੇ ਹਨ ਕਿ ਉਹ ਹੀ ਗੁਣ ਹਨ, ਉਹ ਹੀ ਪੂਜਾ ਹੈ, ਉਹ ਹੀ ਗਿਆਨ ਹੈ, ਉਹ ਹੀ ਧਿਆਨ ਹੈ, ਉਹ ਹੀ ਸਾਰੀਆਂ ਘਾਲਣਾ ਕਮਾਈਆਂ ਸਫਲੀਆਂ ਹਨ। ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ,
ਜਿਸ ਘਰ ਕਿਰਪਾ ਸਤਿਗੁਰ ਮਿਲੈ ਦਿਆਲ, ਜਿਸ ਨੂੰ ਕਿਰਪਾ ਦਇਆ ਕਰਕੇ ਦਿਆਲੂ ਸਤਿਗੁਰੂ ਜੀ ਮਿਲ ਪੈਂਦੇ ਹਨ, ਉਹ ਸਾਰੀਆਂ ਹੀ ਇਹ ਕਮਾਈਆਂ ਹਨ, ਸਫਲੀਆਂ ਹਨ, ਜਿਸ ਨੂੰ ਦਇਆ ਕਰਕੇ ਦਿਆਲੂ ਸਤਿਗੁਰੂ ਜੀ ਮਿਲ ਪੈਂਦੇ ਹਨ। ਤਿਸ ਹੀ ਗੁਣ ਤਿਸ ਹੀ ਪ੍ਰਭ ਜਾਤਾ, ਕਿ ਉਸੇ ਵਿੱਚ ਹੀ ਸਾਰੇ ਗੁਣ ਹਨ, ਕਿ ਉਸੇ ਨੇ ਹੀ ਪ੍ਰਭੂ ਨੂੰ ਜਾਣਿਆ ਹੈ। ਜਿਸ ਦੀ ਬੇਨਤੀ ਸੁਖ ਦਾਤਾ, ਸੁੱਖਾਂ ਨੂੰ ਦੇਣ ਵਾਲਾ ਦਾਤਾ ਕਿਰਪਾ ਕਰਕੇ ਮੰਨ ਲੈਂਦਾ ਹੈ। ਜਿਸ ਕੀ ਮਾਨ ਲੇ ਸੁਖ ਦਾਤਾ, ਕਿ ਜਿਸ ਦੀ ਬੇਨਤੀ ਸੁੱਖਾਂ ਨੂੰ ਦੇਣ ਵਾਲਾ ਦਾਤਾ ਕਿਰਪਾ ਕਰਕੇ ਮੰਨ ਲੈਂਦਾ ਹੈ, ਕਿ ਉਸੇ ਵਿੱਚ ਹੀ ਸਾਰੇ ਗੁਣ ਹਨ, ਤੇ ਉਸੇ ਨੇ ਹੀ ਪ੍ਰਭੂ ਨੂੰ ਜਾਣਿਆ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਪਰਮੇਸ਼ਰ ਦਾ ਨਾਮ ਜਪਣ ਬਾਰੇ ਸਮਝਾਉਣਾ ਕੀਤਾ ਹੈ, ਕਿ ਜਿਸ ਤੇ ਪਰਮੇਸ਼ਰ ਕਿਰਪਾਲੂ ਹੋ ਜਾਂਦਾ ਹੈ, ਦਇਆ ਦਾ ਘਰ ਬਣ ਜਾਂਦਾ ਹੈ, ਉਸੇ ਦੀਆਂ ਹੀ ਕਮਾਈਆਂ ਸਫਲੀਆਂ ਹਨ, ਕਿ ਉਸੇ ਵਿੱਚ ਹੀ ਸਾਰੇ ਗੁਣ ਹਨ। ਜਿਸ ਨੇ ਪ੍ਰਭੂ ਨੂੰ ਜਾਣ ਲਿਆ ਹੈ ਕਿ ਪਰਮੇਸ਼ਰ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਨੂੰ ਉਹ ਅਕਾਲ ਪੁਰਖ ਹੀ ਚਲਾ ਰਿਹਾ ਹੈ, ਕਿ ਜਿਸ ਨੇ ਇਹ ਜਾਣ ਲਿਆ ਉਸੇ ਦੀਆਂ ਹੀ ਸਾਰੀਆਂ ਕਮਾਈਆਂ ਸਫਲੀਆਂ ਹੁੰਦੀਆਂ ਹਨ। ਸਮਾਂ ਹੋ ਚੁੱਕਿਆ ਹੈ, ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ